ਕਿਸਾਨਾਂ ਦਾ ਸੰਘਰਸ਼ ਲਗਾਤਾਰ ਚੱਲ ਰਿਹਾ। ਤਾਂ ਇਸ ਸੰਘਰਸ਼ ਦੀ ਗੱਲ ਕਰੀਏ ਤਾਂ ਜੋ ਕੇਂਦਰ ਦੀ ਸਰਕਾਰ ਨੇ ਤਸ਼ੱਦਦ ਕੀਤਾ ਕਿਸਾਨੀ ਸੰਘਰਸ਼ ਨੂੰ ਰੋਕਣ ਵਾਸਤੇ, ਜੋ ਸਾਜ਼ਿਸ਼ਾਂ ਰਚੀਆਂ, ਉਹਨੂੰ ਸਾਜ਼ਿਸ਼ਾਂ ਨੂੰ ਨਾਕਾਮ ਕਰਕੇ ਕਿਸਾਨ ਅੱਜ ਵੀ ਡਟੇ ਹੋਏ ਆ। ਤਾਂ ਸਾਡੇ ਨਾਲ ਮਾਸਟਰ ਦੇਸਰਾਜ ਜੀ ਝਾਂਜਲੀ ਜੀ ਨੇ, ਜਿਨ੍ਹਾਂ ਨੇ ਇੱਕ ਯਾਨੀ ਕਿਸਾਨੀ ਅੰਦੋਲਨ ਜਦੋਂ ਸ਼ੁਰੂ ਹੋਇਆ ਸੀਗਾ ਉਸ ਤੋਂ ਜੋ ਦਿੱਲੀ ਵੱਲ ਕੂਚ ਕੀਤਾ, ਯਾਨੀ 26 ਤਰੀਕ ਤੋਂ ਲੈ ਕੇ 30 ਤਰੀਕ ਤੱਕ, ਯਾਨੀ ਇੱਕ ਪੂਰੇ ਮਹੀਨੇ ਦੀ ਇੱਕ ਡਾਇਰੀ ਹੈ, ਉਹ ਕਿਤਾਬ ਦਾ ਵਿਮੋਚਨ ਕੀਤਾ, ਕਿਤਾਬ ਲਿਖੀ ਹੈ, ਜੰਗਨਾਮਾ ਲਿਖਿਆ। ਤੁਸੀਂ ਦੇਖ ਰਹੇ ਹੋ ਇਹ ਕਿਤਾਬ ਮਾਸਟਰ ਦੇਸਰਾਜ ਝਾਂਜਲੀ ਜੀ ਵੱਲੋਂ ਲਿਖੀ ਗਈ ਹੈ। ਇਹਦੇ ਵਿੱਚ ਕਿਸਾਨੀ ਅੰਦੋਲਨ ਦੇ ਸ਼ੁਰੂਆਤੀ ਦਿਨ ਜਦੋਂ ਦਿੱਲੀ ਵੱਲ ਕੂਚ ਕੀਤਾ ਕਿਸਾਨਾਂ ਨੇ, ਕੀ ਰੁਕਾਵਟਾਂ ਆਈਆਂ, ਕੱਲੇ ਚੈਪਟਰ ਨੂੰ ਇਹਦੇ ਵਿੱਚ ਉਤਾਰਿਆ ਗਿਆ। ਇੱਕ ਦਿਨ ਦੀ ਰਿਪੋਰਟ ਲਿਖੀ ਗਈ ਹੈ, ਸਾਰੀ ਆਪਣੇ ਕਲਮ ਦੇ ਜ਼ਰੀਏ ਇਹਨਾਂ ਨੇ ਬਿਆਨ ਕੀਤਾ ਕਿ ਸਰਕਾਰ ਨੇ ਕੀ ਕੀਤਾ ਸੀ। ਕਿਤਾਬ ਇਹਨਾਂ ਨੇ ਲਿਖੀ ਹੈ, ਬੜਾ ਵਧੀਆ ਕੰਮ ਕੀਤਾ। ਇਹਨਾਂ ਨਾਲ ਗੱਲ ਕਰਦੇ ਹਾਂ। ਦੇਸਰਾਜ ਜੀ, ਤੁਸੀਂ ਕਿੱਦਾਂ ਵਿਚਾਰ ਬਣਿਆ ਕਿ ਮੈਂ ਇਹ ਜੰਗਨਾਮਾ ਲਿਖਣਾ ਭਾਰਤ ਅਤੇ ਦਿੱਲੀ? ਪਹਿਲਾਂ ਤਾਂ ਤੁਹਾਨੂੰ ਦਰਸ਼ਕਾਂ ਨੂੰ ਤੇ ਤੁਹਾਡੇ ਚੈਨਲ ਨੂੰ ਨਮਸਕਾਰ। ਇਹ ਕਿਤਾਬ ਲਿਖਣ ਲਈ ਮੈਨੂੰ ਇਹ ਜੋ ਕਿਸਾਨ ਨੇ ਇਹਨਾਂ ਨੇ ਕੀਤੀਆਂ ਹੋਈਆਂ ਗੱਲਾਂ ਉਹਨਾਂ ਨੇ ਮਜਬੂਰ ਕੀਤਾ, ਕਿਉਂਕਿ ਨੇਕੀ ਤੇ ਬਦੀ ਦੀ ਜੰਗ ਚੱਲਦੀ ਆਈ ਆ ਤੇ ਜਦੋਂ ਕਿਸੇ ਚੀਜ਼ ਦੀ ਅੱਤ ਹੋ ਜੇ ਤਾਂ ਉਦੋਂ ਫਿਰ ਲੋਕ ਉੱਠ ਖੜਦੇ ਆ। ਤੇ ਉਸ ਦਾ ਹਾਲ ਮੈਂ 26 ਜਨਵਰੀ ਤੋਂ ਲੈ ਕੇ ਜਦੋਂ ਪੰਜਾਬ ਤੋਂ ਲੋਕ ਇੱਧਰ ਨੂੰ ਦਿੱਲੀ ਵੱਲ ਨੂੰ ਕੂਚ ਕਰਦੇ ਆ, ਵੈਸੇ ਤਾਂ 2-3 ਮਹੀਨੇ ਪਹਿਲਾਂ ਉਹ ਪੰਜਾਬ ਦੇ ਵਿੱਚ ਇਹ ਚੱਲ ਰਿਹਾ ਸੀ, ਸੜਕਾਂ ਰੋਕੋ, ਰੇਲ ਰੋਕੋ, ਹੋਰ ਧਰਨੇ ਚੱਲ ਰਹੇ ਸੀਗੇ। ਤੇ ਫਿਰ ਅੱਕ ਕੇ ਇਹਨਾਂ ਨੇ ਦਿੱਲੀ ਵੱਲ ਨੂੰ ਕੂਚ ਕੀਤਾ। ਦਿੱਲੀ ਦੇ ਵੱਖ-ਵੱਖ ਰਸਤਿਆਂ ਤੇ ਵੱਖ-ਵੱਖ ਸੜਕਾਂ ਤੇ ਸਰਕਾਰਾਂ ਨੇ ਬਹੁਤ ਵੱਡੀਆਂ ਰੋਕਾਂ ਲਾਈਆਂ, ਵੱਡੇ ਪੱਥਰ ਰੱਖੇ, ਵੱਡੇ ਟਿੱਕਰ ਭਰੇ ਹੋਏ, ਸੜਕਾਂ ਪੱਟੀਆਂ। ਪਰ ਇਹਨਾਂ ਦੇ ਹੌਸਲੇ ਇੰਨੇ ਬੁਲੰਦ ਸੀਗੇ, ਸਾਰੇ ਇਹਨਾਂ ਨੇ ਫੁੱਟਬਾਲ ਵਾਂਗੂ ਰੋੜ ਦਿੱਤੇ। ਵੱਡੇ ਜਿਹੜੇ ਟਿੱਕਰ ਸੀ ਉਹ ਆਪ ਚਲਾ ਕੇ ਉਹਨਾਂ ਨੂੰ ਖਤਾਨਾਂ ਵਿੱਚ ਰੋੜ ਦਿੱਤਾ। ਇਹਦੇ ਵਿੱਚ ਵਰਣਨ ਹੈ। ਤੇ ਇਹਨਾਂ ਤੇ ਪਾਣੀ ਦੀਆਂ ਤੋਪਾਂ ਨਾਲ ਵਛੜ, ਯਾਨੀ ਇਹ 26 ਨਵੰਬਰ ਨੂੰ ਤੁਸੀਂ ਸ਼ੁਰੂ ਕੀਤੀ ਸੀ, ਜਿਹੜੀ ਤੁਸੀਂ ਆਪ ਦੇਖਿਆ ਸਾਰਾ ਕੁਝ ਹੈ, ਫਿਰ ਇਹਨੂੰ ਉਤਾਰਿਆ। ਹਾਂ, ਤੇ ਇਹ ਜਦੋਂ ਪਾਣੀ ਦੀਆਂ ਤੋਪਾਂ ਛੱਡੀਆਂ ਗਈਆਂ, ਪਾਣੀ ਮਤਲਬ ਲੋਕਾਂ ਤੇ ਛੱਡਿਆ ਗਿਆ, ਠੰਡ ਦੀ ਰੁੱਤ ਸੀਗੀ, ਤਾਂ ਇੱਕ ਨੌਜਵਾਨ ਮਸ਼ੀਨ ਦੇ ਉੱਤੇ ਚੜ੍ਹ ਕੇ ਉਹਦੇ ਪਾਈਪਾਂ ਦਾ ਮੂੰਹ ਪੁਲਿਸ ਵੱਲ ਹੀ ਮੋੜ ਦਿੱਤਾ। ਤੇ ਫਿਰ ਉਹ ਬਹੁਤ ਉੱਚੀ, ਉਹ 'ਚੋਂ ਜਿਵੇਂ ਆਹ ਪੁਲ ਹੈਗਾ, ਛਾਲ ਮਾਰ ਕੇ ਟਰਾਲੀ ਵਿੱਚ ਆਪਣੀ ਜ਼ਿੰਦਗੀ ਜੋਖਮ 'ਚ ਪਾ ਕੇ, ਮਤਲਬ ਇਹੋ ਜਿਹੇ ਇਹਦੇ ਵਿੱਚ ਪਾਤਰ ਨੇਗੇ ਜਿਨ੍ਹਾਂ ਨੇ ਅਨੋਖੀਆਂ ਗੱਲਾਂ ਕੀਤੀਆਂ। ਤੇ ਇਸ ਨੂੰ ਮੈਂ ਅਨੋਖੀ ਜੰਗ ਸਮਝਦਾ। ਸੰਸਾਰ ਦੇ ਵਿੱਚ ਇੰਨਾ ਲੰਮਾ, ਇੰਨੇ ਲੋਕ ਕਦੇ ਇੰਨੇ ਜੋਸ਼ ਨਾਲ ਅੱਜ ਤੱਕ ਨਹੀਂ ਆਏ ਜਿੰਨਾ ਅੱਜ ਲੱਗਦਾ। ਪਰ ਸਰਕਾਰ ਦੀ ਬੇਸ਼ਰਮੀ, ਸਰਕਾਰ ਦਾ ਜ਼ੁਲਮ ਵੀ ਓਨਾ ਵੱਧ ਹੈਗਾ, ਉਹ ਵੀ ਮਾਤ ਪਾਉਂਦਾ ਦੁਨੀਆ ਦੇ ਇਤਿਹਾਸ ਨੂੰ। ਇਸ ਕਿੰਨੇ ਦਿਨ ਲੱਗੇ ਤੁਹਾਨੂੰ? ਇਹ ਸ਼ੁਰੂ ਕਦੋਂ ਕੀਤੀ ਸੀ ਲਿਖਣੀ? ਇਹ 26 ਨਵੰਬਰ ਤੋਂ ਸ਼ੁਰੂ ਕੀਤੀ ਸੀ ਤੇ ਇਸ ਨੂੰ 1 ਮਹੀਨਾ ਲੱਗਿਆ। ਮੈਂ ਰੋਜ਼ ਦੀ ਰੋਜ਼, ਹਰ ਰੋਜ਼ ਸ਼ਾਮ ਨੂੰ ਮਤਲਬ ਉਸ ਦਾ ਹਾਲ ਲਿਖਦਾ ਹੁੰਦਾ ਸੀ। ਜਿਵੇਂ ਆ ਮੈਂ ਵੱਖਰੇ ਤੁਹਾਨੂੰ ਦੱਸਾਂ, ਜਿਵੇਂ ਇਹ ਦੂਜਾ ਦਿਨ ਹੈ। ਇੱਕ ਖਾਸੀਅਤ ਇਹਦੇ ਵਿੱਚ ਹੈ, ਇਹ ਜੋ ਨਿਸ਼ਾਨੀ ਲੱਗੀ ਹੋਈ ਹੈ, ਇਹ ਸਾਡੇ ਮਤਲਬ ਜਿਹੜਾ ਮੋਬਾਈਲ ਹੈ ਉਹਦੇ ਵਿੱਚ ਪਾ ਕੇ ਸਾਡੀਆਂ ਗਾਈਆਂ ਹੋਈਆਂ ਕੁਝ ਰਚਨਾਵਾਂ ਨੇ, ਉਹਨੂੰ ਅਸੀਂ ਸੁਣ ਸਕਦੇ ਹਾਂ। ਇਹ ਬੜੀ ਮਿਹਨਤ ਹੈ ਜੀ। ਬੜੇ ਲੋਕ ਜੋ ਉਸ ਤੇ ਜਜ਼ਬੇ ਨਾਲ ਆਪਣੇ ਦਿਲੋਂ ਜੁੜੇ ਹੋਏ ਆ, ਸਮਰਥਨ ਹਰ ਵਰਗ ਦਾ ਮਿਲ ਰਿਹਾ। ਜਿਹੜਾ ਕੱਲਾ ਚੈਪਟਰ ਤੁਸੀਂ ਲਿਖਿਆ, ਇਹ ਸਾਰੀ ਰਿਪੋਰਟ ਕਿਵੇਂ ਤੁਹਾਡੇ ਮਨ 'ਚ ਆਈ ਸੀ ਵੀ ਮੈਂ ਅੱਜ ਇਹ ਪੇਜ ਲਿਖਣਾ? ਜਦੋਂ ਦੇਖਦੇ ਸੀ ਉਸ ਤੋਂ ਬਾਅਦ ਉਹ ਵੀ ਸੇਮ ਉਤਾਰਦੇ ਸੀ? ਮੈਂ ਪਹਿਲਾਂ ਵੀ 4 ਕਿਤਾਬਾਂ ਲਿਖੀਆਂ ਨੇ ਤੇ ਇਸ ਕਰਕੇ ਮੈਨੂੰ ਲਿਖਣ ਦਾ ਵੱਲ ਵੀ ਸੀਗਾ। ਤੇ ਕਵਿਤਾ ਬਾਰੇ ਮੈਂ ਬੱਚਿਆਂ ਨੂੰ ਵੀ, ਲੋਕਾਂ ਨੂੰ ਵੀ ਕਹਿੰਦਾ ਰਹਿਣਾ ਵੀ ਲਿਖੋ। ਇੱਕ ਵਾਰੀ ਤੁਸੀਂ ਆਪਣੇ ਮੂੰਹੋਂ ਇਸ ਕਿਤਾਬ ਦਾ ਨਾਮ ਆਪਣੇ ਮੂੰਹੋਂ ਦੱਸੋ, ਕੀ ਲਿਖਿਆ? ਇਸ ਕਿਤਾਬ ਦਾ ਨਾਮ ਹੈ ਜੰਗਨਾਮਾ, ਭਾਰਤ ਤੇ ਦਿੱਲੀ। ਮੈਂ ਫੇਰ ਦੁਹਰਾ ਦਿਆਂ, ਭਾਰਤ ਦਾ ਮਤਲਬ ਭਾਰਤ ਦੇ ਮਿਹਨਤਕਸ਼ ਲੋਕ, ਤੇ ਦਿੱਲੀ ਦਾ ਮਤਲਬ ਦਿੱਲੀ ਦੀ ਸਰਕਾਰ, ਕਾਰਪੋਰੇਟ ਜਿਹੜੇ ਇਹਨਾਂ ਲੋਕਾਂ ਦੀ ਕਮਾਈ ਨੂੰ ਲੁੱਟਦੇ ਆ ਤੇ ਵਿਹਲੇ ਰਹਿ ਕੇ ਸਾਰਾ ਕੁਝ ਮਤਲਬ ਭਾਰਤ ਦਾ ਆਪ ਸਾਹਮਣਾ ਚਾਹੁੰਦੇ ਆ ਤੇ ਲੱਖਾਂ ਝੂਠ ਬੋਲਦੇ ਨੇ, ਬੇਈਮਾਨੀਆਂ ਕਰਦੇ ਨੇ।
ਪਰ ਜਿਹੜੇ ਇਹ ਮਿਹਨਤਕਸ਼ ਲੋਕ ਨੇ ਇਹ ਬਿਲਕੁਲ ਸੱਚ ਤੇ ਖੜਦੇ ਨੇ, ਆਪਣੀ ਸੱਚੀ ਸੁੱਚੀ ਮਿਹਨਤ ਆਪ ਵੀ ਖਾਂਦੇ ਆ ਤੇ ਲੋਕਾਂ ਨੂੰ ਵੀ ਵੰਡਦੇ ਆ। ਇਹ ਖੁਸ਼ੀ ਚੀਜ਼ ਤੁਹਾਨੂੰ ਲੱਗੀ ਕਿ ਮੈਂ ਇਹ ਸਰਕਾਰ ਜੋ ਕੇਂਦਰ ਦੀ ਕਰਦੀ ਪਈ ਹੈ ਵੀ ਕਿਸਾਨ ਸ਼ਹੀਦ ਹੋ ਰਿਹਾ, ਕਿਹੜੀ ਚੀਜ਼ ਤੋਂ ਤੁਹਾਨੂੰ ਲੱਗਾ ਕਿ ਮੈਂ ਲਿਖਣਾ ਇਹ ਹੈ? ਕਿਹੜੀ ਚੀਜ਼ ਤੋਂ ਪ੍ਰਭਾਵਿਤ ਹੋਏ ਸੀ ਕਿ ਮੈਂ ਕਿਤਾਬ ਲਿਖਣੀ ਹੈ ਇਹਦੇ ਤੇ? ਇਹ ਤਾਂ ਮੈਂ ਇਸੇ ਤੋਂ ਅਸੀਂ ਇਹਨਾਂ ਦੀਆਂ ਜੋ ਕੁਰਬਾਨੀਆਂ ਨੇ, ਇਹਨਾਂ ਜੋ ਦੀਆਂ ਕਰਨੀਆਂ ਨੇ, ਜੋ ਇਹਨਾਂ ਦਾ ਜਿਹੜੇ ਹੌਸਲਾ ਹੈਗਾ, ਇਹਨਾਂ ਦਾ ਇਕਜੁੱਟ ਹੋਣਾ, ਖਾਸ ਤੌਰ ਤੇ ਔਰਤਾਂ ਦਾ, ਮਤਲਬ ਵੱਡੀ ਵੱਡੀ ਉਮਰ ਦੀਆਂ 80 ਸਾਲ ਦੀਆਂ ਜਿਨ੍ਹਾਂ ਤੋਂ ਤੁਰਿਆ ਨਹੀਂ ਜਾਂਦਾ, ਉਹ ਵੀ ਇੱਥੇ ਬੈਠੀਆਂ ਨੇ ਤੇ ਪੰਜਾਬ ਦਾ ਇਤਿਹਾਸ ਆ ਜਿਹੜਾ ਇਹਨਾਂ ਨੇ ਫੇਰ ਦੁਹਰਾਇਆ। ਇੱਥੇ ਅਬਦਾਲੀ ਆਏ, ਇੱਥੇ ਗੌਰੀ ਆਏ, ਇੱਥੇ ਸਿਕੰਦਰ ਆਏ, ਲੋਕਾਂ ਨੇ ਉਹਨਾਂ ਦੇ ਮੂੰਹ ਮੋੜੇ, ਅੰਗਰੇਜ਼ ਆਏ, ਉਹਨਾਂ ਨੂੰ ਭਜਾਇਆ, ਉਹਨਾਂ ਦੇ ਘਰਾਂ ਵਿੱਚ ਜਾ ਕੇ, ਦੇਸ਼ ਵਿੱਚ ਜਾ ਕੇ ਊਧਮ ਸਿੰਘ ਵਰਗਿਆਂ ਨੇ ਉਹਨਾਂ ਨੂੰ ਮਤਲਬ ਕਤਲ ਕੀਤਾ, ਉਹਦਾ ਦੇਸ਼ ਦਾ ਬਦਲਾ ਲਿਆ ਜਿਹੜਾ ਉਹਨਾਂ ਨੇ ਕੀਤਾ ਸੀ। ਉਹਨਾਂ ਦੇ ਵਿੱਚ ਅੱਜ ਅਨੇਕਾਂ ਊਧਮ ਬੈਠੇ ਨੇ ਜੋ ਹੈਗਾ। ਇਸ ਕਰਕੇ ਇਹਨਾਂ ਦੀਆਂ ਜੋ ਮਤਲਬ ਜਿਹੜਾ ਕਵੀ ਹੁੰਦਾ ਹੈ, ਉਹ ਸਧਾਰਨ ਚੀਜ਼ਾਂ ਨੂੰ ਨਹੀਂ ਫੜਦਾ ਹੁੰਦਾ, ਜੋ ਕੁਝ ਰੋਜ਼ ਵਾਪਰਦਾ ਉਹਨੂੰ ਨਹੀਂ ਫੜਦਾ, ਪਰ ਜਦੋਂ ਕੋਈ ਅਲੋਕਾਰ ਗੱਲ ਹੋਵੇ, ਅਨੋਖੀ ਗੱਲ ਹੋਵੇ, ਇੱਕ ਵੱਡੀ ਗੱਲ ਹੋਵੇ ਤੇ ਹਾਂ ਇਤਿਹਾਸਕ ਹੋਵੇ ਤੇ ਮਤਲਬ ਸਮੇਂ ਨੂੰ ਮੋੜਾ ਦਿੰਦੀ ਹੋਵੇ, ਤਾਂ ਉਹ ਗੱਲ ਆ ਜਿਹੜੀ ਕਵੀ ਨੂੰ ਪ੍ਰਭਾਵਿਤ ਕਰਦੀ ਹੈ, ਝੰਜੋੜਦੀ ਹੈ ਤੇ ਉਹ ਜੋ ਫਿਰ ਉਸ ਨੂੰ ਮਤਲਬ ਜੋ ਸਮਝਦਾ, ਜਿਵੇਂ ਸਮਝਦਾ, ਉਸ ਨੂੰ ਆਪਣੀ ਕਲਾ ਰਾਹੀਂ, ਕੋਈ ਚਿੱਤਰਾਂ ਰਾਹੀਂ, ਕੋਈ ਲੇਖਾਂ ਰਾਹੀਂ, ਕੋਈ ਇਤਿਹਾਸ ਰਾਹੀਂ, ਕੋਈ ਨਾਵਲ ਕਹਾਣੀ ਰਾਹੀਂ, ਤੇ ਮੈਂ ਇਸ ਨੂੰ ਕਵਿਤਾ ਦਾ ਇੱਕ ਰੂਪ ਜੰਗਨਾਮਾ। ਜੰਗਨਾਮਾ ਤਾਂ ਤੁਸੀਂ ਲਿਖਿਆ, ਇਹਦਾ ਇੱਕ ਚੈਪਟਰ 1 ਮਹੀਨੇ ਦਾ ਪੂਰਾ ਹੋ ਚੁੱਕਿਆ, ਹੁਣ ਅਗਲਾ ਵੀ ਲਿਖੋਗੇ ਇਸ ਤੋਂ ਬਾਅਦ? ਹਰ ਰੋਜ਼ ਮੈਂ ਲਿਖ ਰਿਹਾ। ਮੈਂ ਸ਼ਾਮ ਨੂੰ ਲਗਭਗ ਸਾਰਾ ਗਿਆਨ ਪ੍ਰਾਪਤ ਕਰਕੇ ਤੁਹਾਡੇ ਜਿਹੜਾ ਮੀਡੀਆ, ਅਖਬਾਰ ਤੇ ਇਹ ਦੇਖ ਕੇ ਉਹਦੇ ਵਿੱਚ ਨਿਚੋੜ ਕੱਢਦਾ, ਨਿਚੋੜ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਮਤਲਬ ਮੈਨੂੰ ਅਪੀਲ ਕਰਦੀਆਂ ਨੇ, ਉਹਨਾਂ ਦੀ ਮੈਂ ਕਵਿਤਾ ਬਣਾ ਕੇ ਰੋਜ਼ ਦੀ ਰੋਜ਼ ਲਿਖਦਾ। ਜੇ ਇੱਕ ਦੋ ਦਿਨ ਜਿਵੇਂ ਅੱਜ ਆਇਆ, ਅੱਜ ਮੈਂ ਅਖਬਾਰ ਵਗੈਰਾ ਪੜ੍ਹ ਨਹੀਂ ਸਕਿਆ, ਇਹ ਮੈਂ ਕੱਲ ਨੂੰ ਅੱਜ ਇੱਕ ਅੱਧੇ ਦਿਨ 'ਚ ਕਰ ਦੇਣਾ, ਨਹੀਂ ਫਿਰ ਭੁੱਲ ਜਾਂਦੀਆਂ ਨੇ ਦਿਮਾਗ 'ਚ। ਪਿੰਡ ਕਿਹੜਾ ਤੁਹਾਡਾ? ਪਿੰਡ ਮੇਰਾ ਸ਼ਾਜਲੀ, ਜ਼ਿਲ੍ਹਾ ਸੰਗਰੂਰ, ਤਹਿਸੀਲ ਸੁਨਾਮ। ਸੁਨਾਮ ਉਹ ਹੈ ਜੋ ਸ਼ਹੀਦ ਊਧਮ ਸਿੰਘ ਦਾ ਜਨਮ ਸਥਾਨ ਹੈ, ਜਿਹਨੇ ਜਲ੍ਹਿਆਂਵਾਲੇ ਬਾਗ ਦਾ ਬਦਲਾ ਇੰਗਲੈਂਡ ਵਿੱਚ ਜਾ ਕੇ ਲਿਆ ਸੀ। ਬੜੀ ਵਧੀਆ ਤੁਸੀਂ ਲਿਖਿਆ ਜੰਗਨਾਮਾ, ਬਹੁਤ ਵਧੀਆ ਉਪਰਾਲਾ ਹੈਗਾ, ਕਿਸਾਨੀ ਨਾਲ ਹਰ ਕੋਈ ਜੁੜ ਰਿਹਾ। ਸਰਕਾਰ ਨੂੰ ਕੀ ਕਹਿਣਾ ਤੁਹਾਡਾ, ਮੋਦੀ ਸਰਕਾਰ ਨੂੰ? ਮੋਦੀ ਸਰਕਾਰ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਰਾਜਾ ਹੁੰਦਾ ਹੈ, ਜੋ ਪ੍ਰਧਾਨ ਮੰਤਰੀ ਹੈ, ਉਹ ਸਾਰੇ ਦੇਸ਼ ਦੇ ਪਿਤਾ ਵਾਂਗੂ ਹੁੰਦਾ। ਰਾਸ਼ਟਰਪਤੀ ਦਾ ਮਤਲਬ ਕੀ ਹੁੰਦਾ? ਪਾਲਣ ਵਾਲਾ, ਉਹਨਾਂ ਦੇ ਸੁੱਖਾਂ ਦਾ, ਉਹਨਾਂ ਦੀ ਜ਼ਿੰਦਗੀ ਦਾ ਉਹ ਖਿਆਲ ਰੱਖੇ। ਪਰ ਸਰਕਾਰ ਆ ਜਿਹੜੀ, ਉਹਨਾਂ ਦੀ ਜ਼ਿੰਦਗੀ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਤੇ ਕੁਝ ਲੋਕਾਂ ਨੂੰ, ਕਾਰਪੋਰੇਟਾਂ ਨੂੰ, ਧਨਾਢਾਂ ਨੂੰ, ਇਸ ਦੇਸ਼ ਦੀ ਸਾਰੀ ਜੋ ਪੂੰਜੀ ਹੈ, ਇਸ ਦੇਸ਼ ਦਾ ਸਾਰਾ ਜੋ ਕਹਿ ਲਓ ਵੀ ਫਸਲਾਂ ਨੇ, ਇੱਥੋਂ ਦਾ ਜੋ ਧਰਤੀ ਪੈਦਾ ਕਰਦੀ ਹੈ, ਜੋ ਇੱਥੋਂ ਦਾ ਪੌਣ ਪਾਣੀ ਪੈਦਾ ਕਰਦਾ, ਉਹ ਇੱਕ ਜਾਂ ਦੋ ਜਾਣੇ ਜਾਂ ਤਿੰਨ ਜਾਣਿਆਂ ਨੂੰ ਉਹਨਾਂ ਦਾ ਮਾਲਕ ਬਣਾ ਕੇ ਤੇ ਇਹਨਾਂ ਲੋਕਾਂ ਨੂੰ ਪਸ਼ੂਆਂ ਤੋਂ ਭੈੜੀ ਜ਼ਿੰਦਗੀ ਜਿਉਣ ਲਈ ਉਹਨਾਂ ਨੂੰ ਲੁੱਟ ਰਹੀ ਹੈ, ਉਹਨਾਂ ਤੇ ਖਤਮ ਕਰ ਰਹੀ ਹੈ, ਉਹਨਾਂ ਤੇ ਲਾਠੀ ਚਾਰਜ ਕਰ ਰਹੀ ਹੈ, ਉਹਨਾਂ ਤੇ ਮਤਲਬ ਜਿਵੇਂ ਤੁਸੀਂ ਪਹਿਲਾਂ ਅਖਬਾਰਾਂ 'ਚ ਪੜ੍ਹਿਆ, ਵੱਡੇ ਵੱਡੇ ਦਿੱਲੀ ਤੋਂ ਜਾਣ ਲਈ ਪੱਥਰ ਲਾ ਰਹੀ ਹੈ, ਵੱਡੇ ਵੱਡੇ ਕਿੱਲ ਲਾ ਰਹੀ ਹੈ। ਤੇ ਉਧਰੋਂ ਜਿਹੜੇ ਲੋਕ ਨੇ ਉਹਨਾਂ ਦਾ ਪੱਖ ਇਹ ਆ ਵੀ ਜਿੱਥੇ ਉਹਨਾਂ ਨੇ ਕਿੱਲ ਲਾਏ ਸੀ ਉਹ ਫੁੱਲ ਲਾ ਰਹੇ ਨੇ। ਇਹੀ ਸਰਕਾਰ ਤੇ ਲਟੇਰਿਆਂ ਅਤੇ ਲੁੱਟੇ ਜਾਣ ਵਾਲਿਆਂ ਦਾ ਫਰਕ ਹੈ। ਉਹ ਪੈਦਾ ਕਰਕੇ ਲੋਕਾਂ ਦੇ ਮੂੰਹ 'ਚ ਪਾ ਰਹੇ ਨੇ, ਪਸ਼ੂਆਂ ਪੰਛੀਆਂ ਦੇ ਮੂੰਹ 'ਚ ਪਾ ਰਹੇ ਨੇ, ਤੇ ਉਹ ਉਹਨਾਂ ਪੈਦਾ ਕਰਨ ਵਾਲੇ ਅੰਨਦਾਤੇ ਦੇ ਮੂੰਹ 'ਚੋਂ ਉਹ ਬੁਰਕੀਆਂ ਖੋਹ ਰਹੇ ਨੇ ਤਾਂ ਕਿ ਉਹ ਬਹੁਤ ਭੈੜੀ ਜ਼ਿੰਦਗੀ ਮਤਲਬ ਬਤੀਤ ਕਰਨ ਲਈ ਮਜਬੂਰ ਹੋਣ, ਗਧਿਆਂ ਵਾਂਗ ਬਸ ਉਹਨਾਂ ਦਾ ਭਾਰ ਢੋਣ ਲਈ ਰਹਿਣ, ਉਹ ਉਹਨਾਂ ਦਾ ਇੱਕ ਮਨੁੱਖ ਦੀ ਜ਼ਿੰਦਗੀ ਨਾ ਜਿਉ ਸਕਣ। ਮੈਂ ਇਸ ਸਰਕਾਰ ਨੂੰ ਬੇਨਤੀ ਕਰਦਾ ਕਿ ਉਹ ਇੱਕ ਸਰਕਾਰ ਦਾ, ਇੱਕ ਪਿਤਾ ਦਾ, ਇੱਕ ਮਾਪਿਆਂ ਦਾ ਰੋਲ ਨਿਭਾਉਂਦੇ ਹੋਏ ਇਹਨਾਂ ਦੀਆਂ ਜੋ ਹੱਕੀ ਮੰਗਾਂ ਨੇ ਉਹਨਾਂ ਨੂੰ ਮੰਨਣ, ਇਹ ਕਾਨੂੰਨ ਨੇ ਜਿਹੜੇ ਵਾਪਸ ਕਰਨ,
ਨਹੀਂ ਇਤਿਹਾਸ ਕਦੇ ਬਖਸ਼ਦਾ ਨਹੀਂ ਹੁੰਦਾ। ਇੱਥੇ ਬਹੁਤ ਵੱਡੇ ਵੱਡੇ ਆ ਕੇ ਬਾਗੇ, ਉਹਨਾਂ ਦੀ ਜੋ ਹਾਲਤ ਹੋਈ ਹੈ, ਨਹੀਂ ਸਰਕਾਰ ਦੀ ਹਾਲਤ ਲੋਕ ਕਰ ਦੇਣਗੇ। ਧੰਨਵਾਦ ਤੁਹਾਡਾ। ਬਿਲਕੁਲ, ਇਹ ਸਨ ਮਾਸਟਰ ਦੇਸਰਾਜ ਛਾਂਜਲੀ ਜੀ, ਜਿਨ੍ਹਾਂ ਨੇ ਕਿਤਾਬ ਲਿਖੀ ਹੈ ਜੰਗਨਾਮਾ। ਸਰਕਾਰ, ਦਿੱਲੀ ਦੀ ਸਰਕਾਰ ਜਿਹੜੀ ਧੱਕੇਸ਼ਾਹੀ ਕਰ ਰਹੀ ਹੈ, ਕੇਂਦਰ ਦੀ ਸਰਕਾਰ ਕਰ ਰਹੀ ਹੈ, ਦਿੱਲੀ ਦੇ ਵਿੱਚ ਕਿਸਾਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਪਹਿਲਾਂ, ਉਹ ਸਾਰੀ ਇਹਨਾਂ ਨੇ ਜੰਗਨਾਮਾ ਭਾਰਤ ਅਤੇ ਦਿੱਲੀ ਇਸ ਕਿਤਾਬ ਵਿੱਚ ਇੱਕ ਇੱਕ ਚੈਪਟਰ ਲਿਖਿਆ। ਯਾਨੀ 26 ਤੋਂ ਲੈ ਕੇ ਜਦੋਂ ਦਿੱਲੀ ਕਿਸਾਨ ਕੂਚ ਕੀਤੇ ਆ, ਉਸ ਤੋਂ ਬਾਅਦ 30 ਦਿਨਾਂ ਦਾ ਪੂਰਾ ਇੱਕ ਚੈਪਟਰ ਇੱਕ ਇਹਨਾਂ ਨੇ ਲਿਖਿਆ। ਤਾਂ ਇਸ ਤੋਂ ਬਾਅਦ ਇਹਨਾਂ ਨੇ ਕਹਿਣਾ ਕਿ ਜਿੰਨਾ ਟਾਈਮ ਕਿਸਾਨਾਂ ਨੂੰ ਇੱਥੇ ਹੋ ਗਿਆ, ਉਹ ਅਗਲੀ ਬੁੱਕ ਜਿਹੜੀ ਹੁਣ ਦੁਬਾਰਾ ਲਿਖਣਗੇ, ਉਹ ਚੈਪਟਰ ਉਸੇ ਤਰੀਕੇ ਨਾਲ ਲਿਖਣਗੇ। ਯਾਨੀ ਕੱਲੀ ਇੱਕ ਡਾਇਰੀ ਬਣਾਈ ਜਾ ਰਹੀ ਹੈ ਸਰਕਾਰ ਦੀਆਂ ਤਸ਼ੱਦਦ ਦੇ ਖਿਲਾਫ, ਕਿਸਾਨਾਂ ਦੀ ਜਿਹੜੀਆਂ ਸ਼ਹਾਦਤਾਂ ਉਹਨਾਂ ਦੇ ਖਿਲਾਫ ਸਰਕਾਰ ਨੂੰ ਘੇਰਿਆ ਜਾ ਰਿਹਾ। ਤਾਂ ਇਹਨਾਂ ਦੀ ਕਿਤਾਬ ਦਾ ਅੱਜ ਇੱਥੇ ਰਿਲੀਜ਼ ਕੀਤੀ ਹੈ। ਤਾਂ ਇਹਨਾਂ ਦਾ ਕਹਿਣਾ ਕਿ ਜਦ ਤੱਕ ਇਹ ਕਿਸਾਨੀ ਸੰਘਰਸ਼ ਚੱਲੂਗਾ, ਉਦੋਂ ਤੱਕ ਉਹ ਕਿਸਾਨਾਂ ਦੇ ਨਾਲ ਖੜੇ ਰਹਿਣਗੇ ਤੇ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਖੇਤੀ ਕਾਨੂੰਨ ਸਰਕਾਰ ਜਲਦੀ ਰੱਦ ਕਰੇ। ਕੈਮਰਾਮੈਨ ਸ਼ਪਿੰਦਰ ਦੇ ਨਾਲ ਅਮਿਤ ਸ਼ਰਮਾ, ਫ੍ਰੀ ਬਾਰਡਰ, ਦਿੱਲੀ।